गुड मॉर्निंग डियर स्टूडेंट्स, वेलकम टू GTV कॉलेज फॉर वूमेन ਲੇਲ ਖੁਰਦ। ਪਿਆਰੇ ਵਿਦਿਆਰਥੀਓ, ਆਪ ਸਭ ਦਾ ਪੰਜਾਬੀ ਦੀ ਇਸ ਕਲਾਸ ਦੇ ਵਿੱਚ ਬਹੁਤ ਸਵਾਗਤ ਹੈ। ਅੱਜ ਆਪਾਂ ਜੋ ਕਹਾਣੀ ਪੜ੍ਹਨ ਜਾ ਰਹੇ ਹਾਂ, ਤੁਹਾਡੇ ਸਿਲੇਬਸ ਦੇ ਅਕੋਰਡਿੰਗ ਤੁਹਾਨੂੰ ਕਥਾ ਵਾਰਤਾ ਨਾਮ ਦੀ ਬੁੱਕ ਲੱਗੀ ਹੋਈ ਹੈ, ਜਿਸ ਦੇ ਵਿੱਚ ਪਹਿਲੀ ਕਹਾਣੀ ਹੈ ਉਜਾੜ। ਉਜਾੜ ਮਤਲਬ ਤਬਾਹ ਹੋ ਜਾਣਾ, ਉੱਜੜ ਜਾਣਾ, ਕਿਸੇ ਵੀ ਥਾਂ ਦਾ ਨਾ ਰਹਿਣਾ, ਉਸ ਨੂੰ ਵੀ ਉਜਾੜ ਕਿਹਾ ਜਾਂਦਾ ਹੈ। ਕਹਿੰਦੇ ਇਸ ਕਹਾਣੀ ਦੇ ਵਿੱਚ ਇਹ ਉਜਾੜ ਸ਼ਬਦ ਕਿਉਂ ਆਇਆ ਹੈ, ਪਹਿਲਾਂ ਆਪਾਂ ਇਸ ਦੀ ਚਰਚਾ ਕਰਾਂਗੇ। ਕਹਿੰਦੇ ਇਹ ਜੋ ਕਹਾਣੀ ਹੈ ਇਹ ਮਨੁੱਖ ਦੇ ਅਸਤਿਤਵ ਦੇ ਦੁਆਲੇ ਘੁੰਮਦੀ ਹੈ। ਕਹਿਣ ਦਾ ਮਤਲਬ ਕਿ ਮਨੁੱਖ ਜਿਹੋ ਜਿਹੇ ਸੱਭਿਆਚਾਰ ਦੇ ਵਿੱਚ, ਜਿਹੋ ਜਿਹੇ ਵਾਤਾਵਰਨ ਦੇ ਵਿੱਚ ਜੰਮਿਆ ਪਲਿਆ ਹੁੰਦਾ ਹੈ, ਉਸ ਦੀਆਂ ਰੁਚੀਆਂ, ਉਸਦੇ ਵਰਤ ਵਿਵਹਾਰ ਕਹਿੰਦੇ ਉਸ ਦੇ ਅਸਤਿਤਵ ਨੂੰ ਇੱਕ ਅਲੱਗ ਦਿੱਖ ਪ੍ਰਦਾਨ ਕਰਦੇ ਨੇ। ਕਹਿੰਦੇ ਜਦੋਂ ਸਮਾਂ ਬੀਤਦਾ ਹੈ ਤਾਂ ਉਹ ਵਾਤਾਵਰਨ ਉਸ ਨੂੰ ਨਹੀਂ ਮਿਲਦਾ, ਕਿਉਂਕਿ ਪਰਿਵਰਤਨ ਹੀ ਜ਼ਿੰਦਗੀ ਹੈ, ਪਰਿਵਰਤਨ ਹੋਣਾ ਚਾਹੀਦਾ ਹੈ। ਕਹਿੰਦੇ ਆਉਣ ਵਾਲੇ ਸਮੇਂ 'ਚ ਜਿਵੇਂ ਜਿਵੇਂ ਪਰਿਵਰਤਨ ਹੁੰਦਾ ਹੈ ਤਾਂ ਉਹ ਵਿਅਕਤੀ ਉਸ ਪਰਿਵਰਤਨ ਦੇ ਵਿੱਚ ਐਡਜਸਟ ਨਹੀਂ ਕਰ ਪਾਉਂਦਾ, ਤਾਂ ਉਹ ਸੋਚਦਾ ਹੈ ਕਿ ਪਹਿਲਾਂ ਸਮਾਂ ਬਹੁਤ ਵਧੀਆ ਸੀ, ਅੱਜ ਦਾ ਜੋ ਸਮਾਂ ਹੈ ਉਸ ਦੇ ਮੁਤਾਬਿਕ ਨਹੀਂ ਰਿਹਾ, ਤਾਂ ਉਹ ਆਪਣੇ ਆਪ ਨੂੰ ਉਜੜਿਆ ਮਹਿਸੂਸ ਕਰਨ ਲੱਗ ਪੈਂਦਾ ਹੈ। ਜਿਵੇਂ ਆਪਾਂ ਉਦਾਹਰਨ ਦੇ ਕੇ ਦੇਖ ਲਓ ਕਿ ਜਿਹੜੇ ਆਪਣੇ ਵੱਡੇ ਸੀ, ਬਜ਼ੁਰਗ ਸੀ, ਆਪਣੇ ਉਹਨਾਂ ਦੇ ਟਾਈਮ ਹੋਰ ਤਰ੍ਹਾਂ ਦਾ ਸੀਗਾ, ਆਪਣਾ ਜੋ ਸਮਾਂ ਹੈ ਹੋਰ ਤਰ੍ਹਾਂ ਦਾ। ਆਪਾਂ ਡਿਜੀਟਲ ਲਾਈਫ ਦੇ ਵਿੱਚ ਆ ਗਏ, ਟੈਕਨੀਕਲ ਹੋ ਚੁੱਕਿਆ ਸਾਰਾ ਕੁਛ। ਕਹਿੰਦੇ ਤਾਂ ਜੋ ਪੁਰਾਣੇ ਲੋਕ ਨੇ ਉਹ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਐਡਜਸਟ ਕਰਨਾ ਬਹੁਤ ਔਖਾ ਲੱਗਦਾ ਹੈ। ਸੋ ਇਸੇ ਤਰ੍ਹਾਂ ਦੀ ਇਹੀ ਕਹਾਣੀ ਹੈ, ਠੀਕ ਹੈ ਜੀ। ਤਾਂ ਇਸ ਦਾ ਜੋ ਮੇਨ ਪਾਤਰ ਹੈ ਉਹ ਆਲਾ ਸਿੰਘ ਹੈ, ਜੋ ਕਿ ਆਪਣੇ ਆਪ ਨੂੰ ਉਜੜਿਆ ਹੀ ਮਹਿਸੂਸ ਕਰਨ ਲੱਗ ਪੈਂਦਾ ਹੈ ਜਦੋਂ ਉਸ ਨੂੰ ਆਪਣੇ ਮੁਤਾਬਿਕ ਜੋ ਵਾਤਾਵਰਨ ਹੈ ਜਾਂ ਜੋ ਵੀ ਗੱਲਾਂ ਉਹ ਸੋਚਦਾ ਹੈ ਉਸ ਦੇ ਮੁਤਾਬਿਕ ਨਹੀਂ ਲੱਗਦੀਆਂ, ਤਾਂ ਉਹ ਵੀ ਸੋਚਦਾ ਹੈ ਕਿ ਜਿਵੇਂ ਉਹ ਹੁਣ ਉੱਜੜ ਚੁੱਕਾ ਹੈ। ਸੋ ਆਓ ਆਪਾਂ ਇਸ ਕਹਾਣੀ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਸ ਕਹਾਣੀ ਦੇ ਵਿਸ਼ੇ ਦੀ ਗੱਲ ਕਰਦੇ ਹਾਂ ਕਿ ਇਸ ਕਹਾਣੀ ਦਾ ਵਿਸ਼ਾ ਕੀ ਹੈ। ਕਹਿੰਦੇ ਉਜਾੜ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਵਿਸ਼ਾ ਸਾਡੀ ਰਵਾਇਤੀ ਸਮਾਜਿਕ ਵਿਵਸਥਾ ਦੇ ਵਿੱਚ ਆਈਆਂ ਲੋਕਤੰਤਰੀ ਪ੍ਰਵਿਰਤੀਆਂ ਦੇ ਕਾਰਨ ਉਜੜੇ ਜ਼ਿਮੀਂਦਾਰ ਸਰਦਾਰ ਦੀ ਇੱਕ ਮਾਨਸਿਕਤਾ ਦਾ ਸੰਕਟ ਹੈ। ਕਹਿਣ ਦਾ ਮਤਲਬ ਸਮਾਜ ਦੇ ਵਿੱਚ ਜੋ ਵੀ ਲੋਕਤੰਤਰਿਕ ਮਤਲਬ ਬਦਲਾਵ ਆਏ ਨੇ, ਦੇਖੋ ਆਪਾਂ ਸਾਰੇ ਲੋਕਤੰਤਰਿਕ ਹਾਂ, ਆਪਣੀ ਮਰਜ਼ੀ ਦੇ ਨਾਲ ਆਪਾਂ ਨੂੰ ਹਰ ਗੱਲ ਹਰ ਕੰਮ ਕਰਨ ਦਾ ਅਧਿਕਾਰ ਹੈ, ਪਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ। ਤਾਂ ਕਹਿੰਦੇ ਇਹਨਾਂ ਪ੍ਰਵਿਰਤੀਆਂ ਦੇ ਕਾਰਨ ਜੋ ਵੀ ਬਦਲਾਵ ਆਏ ਨੇ, ਉਸ ਬਦਲਾਵ ਨੂੰ ਇਹ ਸਰਦਾਰ ਹੈ ਜਿਹੜਾ ਮਾਨਸਿਕ ਤੌਰ ਦੇ ਉੱਤੇ ਬਰਦਾਸ਼ਤ ਨਹੀਂ ਕਰ ਪਾਉਂਦਾ। ਕਹਿੰਦੇ ਕਹਾਣੀ ਦਾ ਮੁੱਖ ਪਾਤਰ ਆਲਾ ਸਿੰਘ ਪਿੰਡ ਦੇ ਵਿੱਚ ਸਭ ਤੋਂ ਵੱਡਾ ਬੰਦਾ ਹੁੰਦਾ ਸੀ। ਉਸ ਵਰਗਾ ਦਲੇਰ, ਖੁੱਲ੍ਹਦਿਲਾ, ਸਰਦਾ ਪੁੱਜਦਾ, ਰੋਹਬਦਾਰ ਵਾਲਾ ਬੰਦਾ ਹੋਰ ਕੋਈ ਨਹੀਂ ਸੀ ਹੁੰਦਾ। ਆਲਾ ਸਿੰਘ ਮੇਨ ਦੇਖੋ ਇਸ 'ਚ ਪਾਤਰ ਹੈ, ਉਹ ਵਧੀਆ ਸੀਗਾ ਜਾਇਦਾਦ ਪੱਖੋਂ, ਸਰੀਰ ਪੱਖੋਂ, ਰੋਹਬ ਦੇ ਪੱਖ ਤੋਂ। ਕਹਿੰਦੇ ਉਸ ਦਾ ਮੁਕਾਬਲਾ ਕੋਈ ਨਹੀਂ ਸੀ ਕਰ ਪਾਉਂਦਾ। ਉਹ ਕਹਿੰਦੇ ਸਿਰਫ ਕੱਦ ਕਾਠ ਦਾ ਹੀ ਵੱਡਾ ਤੇ ਨਰੋਹਾ ਨਹੀਂ, ਉਸ ਵਿੱਚ ਪੁਰਾਤਨ ਕਿਰਸਾਨੀ ਸਮਾਜ ਦੇ ਵਿੱਚ ਚੰਗੇ ਸਮਝੇ ਜਾਂਦੇ ਹੋਰ ਵੀ ਅਜਿਹੇ ਗੁਣ ਸਨ ਜੋ ਉਸ ਨੂੰ ਬਹੁਤ ਵੱਡਾ ਬੰਦਾ ਬਣਾਉਂਦੇ ਸਨ। ਕਹਿੰਦੇ ਪਰ ਉਸ ਦੇ ਬੁੱਢਾ ਹੋਣ ਤੱਕ ਹਾਲਾਤ ਇੰਨੇ ਬਦਲ ਜਾਂਦੇ ਹਨ ਕਿ ਉਸ ਨੂੰ ਆਪਣਾ ਰੋਹਬ ਦਾ ਤੇ ਹੋਰ ਕੁਝ ਗਵਾਚ ਗਿਆ ਲੱਗਦਾ ਹੈ। ਉਹ ਕਈ ਯਤਨ ਕਰਦਾ ਹੈ ਕਿ ਉਸਦੀ ਪੁਰਾਣੀ ਵੱਡਤਨ ਤੇ ਸ਼ਾਨੋ ਸ਼ੌਕਤ ਕਾਇਮ ਰਹਿ ਸਕੇ, ਪਰ ਉਸਦੀ ਕੋਈ ਗੱਲ ਨਹੀਂ ਚੱਲਦੀ। ਉਸਦੇ ਬਣਾਈ ਟੱਪ ਹੇਠ ਹੀ ਪਿੰਡ ਦੀ ਮੁਢੀਰ ਇਕੱਠੀ ਹੋ ਕੇ ਤਾਸ਼ ਖੇਡਦੀ ਹੈ ਤੇ ਲੋਕ ਹੋਰ ਹੀ ਗੱਲਾਂ ਕਰਦੇ ਹਨ ਜੋ ਆਲਾ ਸਿੰਘ ਨੂੰ ਸਮਝ ਨਹੀਂ ਆਉਂਦੀ। ਕਹਿਣ ਦਾ ਮਤਲਬ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਇਸ ਕਹਾਣੀ ਦੇ ਵਿੱਚ, ਜੋ ਕਿ ਆਲਾ ਸਿੰਘ ਨੂੰ ਸਮਝ ਨਹੀਂ ਆਉਂਦੀਆਂ, ਉਹ ਗੱਲਾਂ ਹੋਣ ਲੱਗ ਪਈਆਂ। ਕਹਿੰਦੇ ਆਲਾ ਸਿੰਘ ਉਦੋਂ ਤੱਕ ਸਰੀਰਕ ਤੌਰ 'ਤੇ ਤਕੜਾ ਅਤੇ ਮਾਨਸਿਕ ਤੌਰ 'ਤੇ ਖੁਸ਼ ਰਹਿੰਦਾ ਹੈ ਜਦੋਂ ਤੱਕ ਪਿੰਡ ਦੇ ਵਿੱਚ ਉਸ ਦਾ ਪ੍ਰਭੂ ਤੱਤਵ ਬਣਿਆ ਰਹਿੰਦਾ ਹੈ, ਮਤਲਬ ਸਰਦਾਰੀ ਬਣੀ ਰਹਿੰਦੀ ਹੈ। ਪਰ ਜਦੋਂ ਉਹ ਕਹਿੰਦੇ ਸਰੀਰਕ ਅਤੇ ਸਮਾਜਿਕ ਤੌਰ 'ਤੇ ਬੁੱਢਾ ਟੱਗਾ ਮਤਲਬ ਬੁੱਢਾ ਬਲਦ ਢੱਗੇ ਵਰਗਾ ਹੋ ਜਾਂਦਾ ਹੈ, ਜੋ ਕਿ ਲੋਕਤੰਤਰੀ ਪ੍ਰਵਿਰਤੀ ਅਤੇ ਚੇਤਨਾ ਦੇ ਵਿਕਾਸ ਕਾਰਨ ਨਵੀਂ ਪੀੜ੍ਹੀ
ਉਸਦੇ ਪ੍ਰਭੁਤਵ ਦੇ ਵਿੱਚ ਦਿਲਚਸਪੀ ਨਹੀਂ ਲੈਂਦੀ। ਆਪਾਂ ਆਮ ਹੀ ਦੇਖਦੇ ਹਾਂ ਕਿ ਅੱਜ ਕੱਲ੍ਹ ਦੀ ਜੋ ਨੌਜਵਾਨ ਪੀੜ੍ਹੀ ਹੈ, ਪੁਰਾਣੀਆਂ ਗੱਲਾਂ ਦੇ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੁੰਦੀ। ਸੋ ਇਸੇ ਤਰ੍ਹਾਂ ਹੀ ਇਸ ਕਹਾਣੀ ਦੇ ਵਿੱਚ ਦਿਖਾਇਆ ਗਿਆ ਅਤੇ ਬਿਨਾਂ ਕਿਸੇ ਸਮਾਜਿਕ ਵਿਤਕਰੇ ਤੋਂ ਆਲੇ ਦੁਆਲੇ ਦੇ ਸਮਾਜਿਕ ਅਤੇ ਰਾਜਨੈਤਿਕ ਸਮਾਚਾਰ ਅਤੇ ਸਰਗਰਮੀਆਂ ਦੇ ਵਿੱਚ ਕੀ ਹੈ ਉਹ ਵਧੇਰੇ ਦਿਲਚਸਪੀ ਲੈਂਦੀ ਹੈ। ਕਹਿੰਦੇ ਅਜਿਹੀ ਸਥਿਤੀ ਦੇ ਵਿੱਚ ਜ਼ਿਮੀਂਦਾਰ ਆਲਾ ਸਿੰਘ ਨੂੰ ਪਿੰਡ ਕੀ ਹੈ ਉਜਾੜ ਪ੍ਰਤੀਤ ਹੁੰਦਾ ਹੈ। ਕਹਿਣ ਦਾ ਭਾਵ ਜਦੋਂ ਲੋਕ ਉਸ ਦੇ ਵਿੱਚ ਦਿਲਚਸਪੀ ਨਹੀਂ ਲੈਂਦੇ, ਉਸਦੀਆਂ ਗੱਲਾਂ ਦੇ ਵਿੱਚ ਦਿਲਚਸਪੀ ਨਹੀਂ ਲੈਂਦੇ ਅਤੇ ਉਸ ਨੂੰ ਵੀ ਦੂਜਿਆਂ ਦੀਆਂ ਗੱਲਾਂ ਸਮਝ ਨਹੀਂ ਲੱਗਦੀਆਂ, ਤਾਂ ਉਹ ਆਪਣੇ ਆਪ ਨੂੰ ਕੀ ਸਮਝਦਾ, ਉਜੜਿਆ ਹੋਇਆ ਮਹਿਸੂਸ ਕਰਦਾ ਅਤੇ ਉਸ ਦੀ ਪਿੰਡ ਦੇ ਵਿੱਚ ਜੋ ਭਲਾਈ ਦੇ ਵਿੱਚ ਦਿਲਚਸਪੀ ਹੈ ਉਹ ਮੁੱਕ ਜਾਂਦੀ ਹੈ। ਸੋ ਇਸ ਕਹਾਣੀ ਦਾ ਅੰਤ ਬਹੁਤ ਹੀ ਕਲਾਮਈ ਅਤੇ ਸੰਵੇਦਨਸ਼ੀਲ ਹੋਣ ਦੇ ਨਾਲ ਤ੍ਰਾਸਦਿਕ ਵੀ ਹੈ। ਤ੍ਰਾਸਦਿਕ ਮਤਲਬ ਤਰਸਦਾਇਕ ਵੀ ਹੈ, ਕਿਉਂਕਿ ਆਲਾ ਸਿੰਘ ਦੀ ਜੋ ਸਥਿਤੀ ਹੈ ਉਹ ਇੱਕ ਬੁੱਢੇ ਢੱਗੇ ਦੀ ਤਰ੍ਹਾਂ ਹੀ ਹੋ ਜਾਂਦੀ ਹੈ। ਬੁੱਢੇ ਢੱਗੇ ਮਤਲਬ ਇੱਕ ਬੁੱਢੇ ਬਲਦ ਦੀ ਤਰ੍ਹਾਂ ਹੀ ਹੋ ਜਾਂਦੀ ਹੈ, ਜੋ ਕਿ ਚਾਹ ਕੇ ਵੀ ਕੀ ਹੈ ਕੁਝ ਨਹੀਂ ਕਰ ਸਕਦਾ। ਸੋ ਕਹਿੰਦੇ ਆਲਾ ਸਿੰਘ ਦਾ ਪੁਰਾਣਾ ਮਿੱਤਰ ਮੰਗਲ ਸਿੰਘ ਜਦੋਂ ਪਿੰਡ ਹਵੇਲੀ ਉਸ ਨੂੰ ਮਿਲਣ ਲਈ ਆਉਂਦਾ ਹੈ ਤਾਂ ਕਹਿੰਦਾ ਕਿ ਆ ਪਿੰਡ ਚੱਲੀਏ। ਤਾਂ ਆਲਾ ਸਿਆਂ ਟੱਪ ਹੇਠ ਬਹਾਂਗੇ ਅਤੇ ਆਲਾ ਸਿਆਂ ਉੱਤਰ ਦਿੰਦਾ ਹੈ ਕਿ ਪਿੰਡ ਤੇ ਅਸਲੋਂ ਖੱਚ ਹੋ ਗਿਆ ਏ, ਬੰਦਾ ਤੇ ਮੁੱਢੋਂ ਕੋਈ ਰਿਹਾ ਹੀ ਨਹੀਂ। ਕਹਿੰਦੇ ਇਹ ਸ਼ਬਦ ਬਦਲਦੇ ਸਮੇਂ ਅਤੇ ਆਲਾ ਸਿੰਘ ਵਰਗੇ ਦਿਓ ਕੱਦ ਬੰਦੇ ਦੇ ਵਿਚਕਾਰ ਇੱਕ ਅਜਿਹੀ ਦੀਵਾਰ ਹਨ ਜਿਸ ਨੂੰ ਕੋਈ ਵੀ ਆਲਾ ਸਿੰਘ ਮਿਲ ਕੇ ਨਹੀਂ ਢਾਹ ਸਕਦੇ। ਕਹਿੰਦੇ ਸੋ ਕਹਾਣੀਕਾਰ ਇਸ ਤੋਂ ਵੀ ਅੱਗੇ ਆਪਣੀ ਕਲਾ ਦੀ ਕਰਾਮਾਤ ਉਦੋਂ ਦਿਖਾਉਂਦਾ ਹੈ ਜਦੋਂ ਕੋਲ ਬੇਰੀ ਦੇ ਹੇਠ ਬੱਦਾ ਧੋਲਾ ਢੱਗਾ ਪੱਕੇ ਹੋਏ ਕੰਨ ਉੱਤੇ ਚੁੰਝਾਂ ਮਾਰ ਰਹੇ ਕਾਂ ਨੂੰ ਉਡਾਣ ਜੋਗਾ ਵੀ ਨਹੀਂ ਰਹਿੰਦਾ। ਕਹਿਣ ਦਾ ਮਤਲਬ ਜਦੋਂ ਵਿਅਕਤੀ ਬੁੱਢਾ ਹੋ ਜਾਂਦਾ ਹੈ ਤਾਂ ਉਹ ਚਾਹ ਕੇ ਵੀ ਉਹ ਕੰਮ ਨਹੀਂ ਕਰ ਸਕਦਾ ਜੋ ਉਹ ਚਾਹੁੰਦਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਉਹ ਉਸ ਦੀ ਤੁਲਨਾ ਇੱਕ ਬੁੱਢੇ ਬਲਦ ਨਾਲ ਦਿੰਦਾ ਜੋ ਕਿ ਜਿਸਦੇ ਕਿ ਕੰਨ ਉੱਪਰ ਇੱਕ ਕਾਂ ਚੁੰਝਾਂ ਮਾਰ ਕੇ ਉਸਦਾ ਲਹੂ ਕੱਢ ਰਿਹਾ ਹੈ ਅਤੇ ਉਹ ਉਸਨੂੰ ਚਾਹ ਕੇ ਵੀ ਕੀ ਹੈ ਉਡਾ ਨਹੀਂ ਪਾ ਰਿਹਾ। ਸੋ ਇਸ ਪ੍ਰਕਾਰ ਇਹ ਕਹਾਣੀ ਰਵਾਇਤੀ ਅਤੇ ਸਮਾਜਿਕ ਵਿਵਸਥਾ ਦੇ ਵਿੱਚ ਲੋਕਤੰਤਰੀ ਪ੍ਰਵਿਰਤੀਆਂ ਦੇ ਕਾਰਨ ਉਪਜੇ ਜ਼ਿਮੀਂਦਾਰ ਸਰਦਾਰ ਦੀ ਮਾਨਸਿਕ ਜੋ ਸਥਿਤੀ ਹੈ, ਸੰਕਟ ਹੈ, ਉਸ ਨੂੰ ਪੇਸ਼ ਕਰਦੀ ਹੈ। ਸੋ ਇਹ ਸੀ ਇਸ ਦਾ ਵਿਸ਼ਾ। ਕਹਿਣ ਦਾ ਮਤਲਬ ਇਸ ਦੇ ਵਿੱਚ ਜੋ ਆਲਾ ਸਿੰਘ ਹੈ ਮੁੱਖ ਪਾਤਰ ਹੈ, ਉਸ ਦੀ ਜੋ ਸਥਿਤੀ ਹੈ ਉਸ ਨੂੰ ਦਿਖਾਇਆ ਗਿਆ ਹੈ, ਜੋ ਕਿ ਪਹਿਲਾਂ ਆਪਣੇ ਪਿੰਡ ਦੇ ਵਿੱਚ ਬਹੁਤ ਵਧੀਆ ਰੋਬਦਾਰ ਹੁੰਦਾ, ਪਰ ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਉਹ ਬੁੱਢਾ ਹੁੰਦਾ ਜਾਂਦਾ ਹੈ ਸਥਿਤੀਆਂ ਬਦਲਦੀਆਂ ਜਾਂਦੀਆਂ ਨੇ ਜੋ ਕਿ ਉਸਦੇ ਮੁਤਾਬਿਕ ਨਹੀਂ ਹੁੰਦੀਆਂ, ਤਾਂ ਉਹ ਆਪਣੇ ਆਪ ਨੂੰ ਕੀ ਹੈ ਉਜੜਿਆ ਹੋਇਆ ਮਹਿਸੂਸ ਕਰਦਾ ਹੈ, ਜਿਸ ਦੇ ਆਧਾਰ 'ਤੇ ਇਸ ਕਹਾਣੀ ਦਾ ਨਾਮ ਕੀ ਹੈ ਉਜਾੜ ਰੱਖਿਆ ਗਿਆ ਹੈ। ਸੋ ਆਓ ਹੁਣ ਆਪਾਂ ਇਸ ਦੀ ਕਹਾਣੀ ਨੂੰ ਪੂਰੇ ਸੰਖੇਪ ਸ਼ਬਦਾਂ ਦੇ ਵਿੱਚ ਕੀ ਹੈ ਪੜ੍ਹਦੇ ਹਾਂ। ਕਹਿੰਦੇ ਉਜਾੜ ਕਹਾਣੀ ਪੰਜਾਬੀ ਸਾਹਿਤ ਦੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਰਚਨਾ ਹੈ। ਇਸ ਵਿੱਚ ਕਹਿੰਦੇ ਕਹਾਣੀਕਾਰ ਨੇ ਸਾਡੀ ਰਵਾਇਤੀ ਸਮਾਜਿਕ ਵਿਵਸਥਾ ਦੇ ਵਿੱਚ ਆਈਆਂ ਲੋਕਤੰਤਰੀ ਪ੍ਰਵਿਰਤੀਆਂ ਦੇ ਫਲਸਰੂਪ ਜ਼ਿਮੀਂਦਾਰ ਦੀ ਜੋ ਮਾਨਸਿਕਤਾ ਦੇ ਸੰਕਟ ਨੂੰ ਕੀ ਹੈ ਪੇਸ਼ ਕੀਤਾ ਹੈ। ਕਹਿੰਦੇ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਆਲਾ ਸਿੰਘ ਹੁਣ ਬੁੱਢਾ ਹੋ ਗਿਆ ਸੀ, ਪਰ ਉਹ ਅਜੇ ਵੀ ਆਪਣਾ ਖੜਕਾ ਦੜਕਾ ਰੱਖਦਾ ਸੀ। ਉਸ ਦੀ ਨਜ਼ਰ ਕੀ ਹੈ ਪਹਿਲਾਂ ਨਾਲੋਂ ਤੇਜ਼ ਜਾਪਦੀ ਸੀ। ਉਸਦੇ ਚਿਹਰੇ ਦੇ ਉੱਪਰ ਕੋਈ ਝੁਰੜੀ ਨਹੀਂ ਸੀ। ਕਹਿੰਦੇ ਉਸਨੇ ਬਹੁਤ ਸਾਰੇ ਜਿਹੜੇ ਦੰਦ ਸਨ ਉਹ ਕਢਵਾ ਦਿੱਤੇ, ਪਰ ਇਹਨਾਂ ਦੇ ਨਾਲ ਉਸਦੇ ਚਿਹਰੇ ਦਾ ਰੋਬ ਨਹੀਂ ਸੀ ਵਿਗੜਿਆ। ਹਾਂ, ਉਹ ਕਈ ਚੀਜ਼ਾਂ ਦੇ ਸਵਾਦ ਤੋਂ ਤਾਂ ਵਾਂਝਾ ਹੋ ਗਿਆ ਸੀ, ਪਰ ਉਹ ਇਹਨਾਂ ਦੀ ਕਸਰ ਵਧੇਰੇ ਦੁੱਧ ਪੀ ਕੇ ਕੱਢ ਲੈਂਦਾ ਸੀ। ਉਹ ਅਜੇ ਵੀ ਕੀ ਹੈ ਹੱਲ ਵਾਹੁਣ ਲੱਗ ਪੈਂਦਾ ਸੀ। ਸੋ ਇਸ ਪ੍ਰਕਾਰ ਉਹ ਆਪਣੇ ਬੁੱਢੇ ਢੱਗਿਆਂ ਦੀ ਰਗ ਰਗ ਤੋਂ ਵੀ ਜਾਣੂ ਸੀ। ਢੱਗੇ ਬਲਦਾਂ ਨੂੰ ਕਿਹਾ ਜਾਂਦਾ ਹੈ। ਕਹਿੰਦੇ ਇੱਕ ਧੋਲੇ ਢੱਗਿਆ ਜੋ ਕਿ ਇਸ ਦੇ ਵਿੱਚ ਨਾਮ ਆਇਆ, ਧੋਲੇ ਢੱਗੇ ਦਾ ਜਨਮ ਵੀ ਉਸਦੇ ਕੋਲ ਹੀ ਹੋਇਆ ਸੀ ਅਤੇ ਉਹ ਨਿੱਕਾ ਹੁੰਦਾ ਬੜਾ ਚੁਸਤ ਸ਼ੈਤਾਨ ਅਤੇ ਅਥਰਾ ਸੀ। ਜਿਸ ਤਰ੍ਹਾਂ ਆਲਾ ਸਿੰਘ ਵੀ ਚੁਸਤ ਸ਼ੈਤਾਨ ਸੀ ਅਤੇ ਅਥਰਾ ਸੀ, ਉਸੇ ਤਰ੍ਹਾਂ ਧੋਲਾ ਢੱਗਾ ਵੀ ਇਸੇ ਤਰ੍ਹਾਂ ਦਾ ਹੀ ਸੀ। ਕਹਿੰਦੇ ਉਹ ਆਪਣੀ ਉਮਰ ਦੇ ਪਹਿਲੇ ਵਰ੍ਹਿਆਂ ਦੇ ਵਿੱਚ ਮਸਾਂ ਹੀ ਕਾਬੂ ਆਉਂਦਾ ਹੁੰਦਾ ਸੀ। ਕੰਮ ਕਰਨ ਦੇ ਲਈ ਵੀ ਉਹ ਬੜਾ ਤਕੜਾ ਸੀ, ਪਰ ਹੁਣ ਉਹ ਬੜਾ ਅਸੀਲ ਮਤਲਬ ਕਮਜ਼ੋਰ ਬਣ ਚੁੱਕਾ ਸੀ। 15 ਵਰ੍ਹੇ ਪਹਿਲਾਂ ਇਹ ਧੋਲਾ ਵਹਿੜਕਾ ਅਤੇ ਆਲਾ ਸਿੰਘ ਦੋਵੇਂ ਜਿਉਂਦੇ ਸਨ, ਪਰ ਹੁਣ ਕੇਵਲ ਆਲਾ ਸਿੰਘ ਹੀ ਜਿਉਂਦਾ ਸੀ। ਸੋ ਕਹਿੰਦੇ ਆਲਾ ਸਿੰਘ ਦੇ ਜਿਉਂਦੇ ਹੋਣ ਦਾ ਉਸਦੇ ਘਰਦਿਆਂ, ਪਿੰਡ ਵਾਲਿਆਂ ਅਤੇ ਕੋਲ ਦੇ ਪਿੰਡ ਵਾਲਿਆਂ ਨੂੰ ਤਾਂ ਪਤਾ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਉਸਦਾ ਨਾਮ ਮਾਨੋ ਹਵਾ ਦੇ ਵਿੱਚ ਉਕਰਿਆ ਹੋਇਆ ਸੀ। ਕਹਿੰਦੇ ਪਹਿਲੇ ਵਰ੍ਹਿਆਂ ਦੇ ਵਿੱਚ ਤਾਂ ਉਹ ਇੰਨਾ ਤਕੜਾ ਸੀ ਕਿ ਨੇੜੇ ਤੇੜੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਉਸਦੇ ਮੇਚ ਦਾ ਨਹੀਂ ਸੀ। ਭਾਵ ਆਲਾ ਸਿੰਘ ਇੰਨਾ ਜ਼ਿਆਦਾ ਮਸ਼ਹੂਰ ਸੀ, ਪ੍ਰਸਿੱਧ ਸੀ ਕਿ ਕੋਈ ਵੀ ਬੰਦਾ ਉਸਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਨਹਿਰਾਂ ਬਣਨ ਸਮੇਂ ਉਸਨੇ ਪੁਰਾਣੇ ਪਿੰਡਾਂ ਤੋਂ 5-6 ਕੋਹ ਦੂਰ
ਆਪਣੀ ਜ਼ਮੀਨ ਦੇ ਵਿੱਚ ਕੀ ਹੈ ਨਵੇਂ ਪਿੰਡ ਦੀ ਨੀਂਹ ਰੱਖੀ। ਕਹਿੰਦੇ ਉਸਨੂੰ ਮੁਨਸਫ ਮੰਨ ਕੇ ਪਿੰਡ ਨੇ ਆਪਣੇ ਘਰਾਂ ਲਈ ਹਾਤੇ ਵੰਡੇ ਸਨ। ਉਸਦੇ ਜ਼ੋਰ ਦੇਣ ਤੇ ਪਿੰਡ ਦੇ ਕੰਮੀਆਂ ਨੂੰ ਵੀ ਹਾਤੇ ਮਿਲੇ ਸਨ, ਜਦ ਕਿ ਨੇੜੇ ਦੇ ਪਿੰਡ ਵਿੱਚ ਕੰਮੀਆਂ ਦੀ ਆਪਣੀ ਕੋਈ ਥਾਂ ਨਹੀਂ ਸੀ। ਕਹਿੰਦੇ ਉਸ ਨੇ ਉੱਦਮ ਕਰਕੇ ਪਿੰਡ ਦੇ ਵਿੱਚ ਸਾਂਝਾ ਖੂਹ ਲਗਵਾ ਕੇ ਪਿੰਡ ਵਾਲੇ ਦੀ ਛੱਪੜਾਂ ਦੇ ਪਾਣੀ ਤੋਂ ਖਲਾਸੀ ਕਰਾਈ। ਫਿਰ ਉਸਨੇ ਇੱਕ ਦੋ ਵੱਡੇ ਅਫਸਰਾਂ ਨੂੰ ਮਿਲ ਕੇ ਪਿੰਡ ਦੇ ਵਿੱਚ ਡਾਕਖਾਨਾ ਖੁਲਵਾਇਆ ਸੀ ਤੇ ਉਸ ਨੂੰ ਆਪਣੀ ਇਸ ਪ੍ਰਾਪਤੀ ਦੇ ਉੱਤੇ ਕੀ ਸੀ ਬੜਾ ਮਾਣ ਸੀ। ਅਤੇ ਨਾਲ ਦੇ ਪਿੰਡ ਦੇ ਵੱਡੇ ਵੱਡੇ ਜ਼ਿਮੀਂਦਾਰ ਮਲਿਕ ਸਾਹਿਬ ਨੂੰ ਹਰ ਐਤਵਾਰ ਨੂੰ ਲਾਹੌਰੋਂ ਆਈ ਆਪਣੀ ਅਖਬਾਰ ਘੋੜੀ ਉੱਪਰ ਆਪਣਾ ਨੌਕਰ ਭੇਜ ਕੇ ਆਲਾ ਸਿੰਘ ਦੇ ਪਿੰਡ ਦੇ ਡਾਕਖਾਨੇ ਤੋਂ ਮੰਗਵਾਉਣੀ ਪੈਂਦੀ। ਕਹਿੰਦੇ ਇਸ ਗੱਲ ਨਾਲ ਆਲਾ ਸਿੰਘ ਕੀ ਹੈ ਆਪਣੇ ਆਪ ਨੂੰ ਬਹੁਤ ਵੱਡਾ ਆਦਮੀ ਸਮਝਦਾ। ਕਹਿੰਦੇ ਨਾਲ ਦਾ ਇੱਕ ਪਿੰਡ ਦਾ ਜ਼ਿਮੀਂਦਾਰ ਸੀ ਜੋ ਕਿ ਮਲਿਕ ਸਾਹਿਬ ਸੀ, ਉਹ ਕੀ ਸੀ ਆਪਣੀ ਘੋੜੀ ਭੇਜ ਕੇ ਅਖਬਾਰ ਮੰਗਵਾਉਂਦਾ ਹੁੰਦਾ ਸੀ ਉਸ ਪਿੰਡ ਦੇ ਡਾਕਖਾਨੇ ਤੋਂ ਇਸ ਤਰ੍ਹਾਂ ਕਹਿੰਦੇ ਆਲਾ ਸਿੰਘ ਹੋਰ ਵੀ ਆਪਣੇ ਆਪ ਨੂੰ ਵੱਡਾ ਸਮਝਦਾ ਸੀ। ਸੋ ਆਲਾ ਸਿੰਘ ਆਪਣੇ ਪਿੰਡ ਦੇ ਨੇੜੇ ਨਵੀਂ ਆਬਾਦੀ ਅਤੇ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਬਸੇ ਆਬਾਦਕਾਰਾਂ ਨੂੰ ਬੰਦੇ ਹੀ ਨਹੀਂ ਸਮਝਦਾ। ਕਹਿੰਦੇ ਉਹ ਉਹਨਾਂ ਦੀਆਂ ਗੁਆਚੀਆਂ ਮੱਝਾਂ ਦੇ ਕੋਲ ਜਾਂਗਲੀ ਪਿੰਡਾਂ ਤੋਂ ਮੋੜ ਦਿੰਦਾ, ਪਰ ਕਈ ਵਾਰ ਉਹ ਕੁਝ ਭਰਾਵਾਂ ਨੂੰ ਨਾਲ ਲੈ ਕੇ ਆਬਾਦਕਾਰਾਂ ਦੀਆਂ ਪੱਕੀਆਂ ਕਣਕਾਂ ਧੱਕੋ ਧੱਕੀ ਵਢਾ ਲੈਂਦਾ ਤੇ ਆਪਣੇ ਪਿੰਡ ਦੇ ਸਾਰੇ ਰੰਡੇ ਕੁਆਰੇ ਆਲਾ ਸਿੰਘ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਹੀ ਵਿਆਹ ਲਏ ਸਨ। ਕਹਿੰਦੇ ਆਲਾ ਸਿੰਘ ਆਏ ਗਏ ਦੀ ਸੇਵਾ ਕਰਨ ਦੇ ਲਈ ਵੀ ਪ੍ਰਸਿੱਧ ਸੀ। ਉਸਨੇ ਅਕਾਲੀਆਂ ਨੂੰ ਇੱਕ ਜੱਥੇ ਨੂੰ ਰੋਟੀ ਖਵਾਉਣ ਦੇ ਬਦਲੇ ਕੈਦ ਵੀ ਕੱਟੀ ਸੀ। ਇੱਕ ਵਾਰੀ ਕਹਿੰਦੇ ਉਸਨੇ ਰਾਹ ਦੇ ਵਿੱਚ ਆਪਣੇ ਪਿੰਡ ਦੇ ਈਸਾਈ ਵੀਰੂ ਦੀ ਵਿਆਹੀ ਕੁੜੀ ਤੇ ਉਸਦੇ ਪਤੀ ਨੂੰ ਆਪਣੀ ਘੋੜੀ ਉੱਪਰ ਚੜ੍ਹਾ ਲਿਆ ਸੀ ਅਤੇ ਫਿਰ ਕੁੜੀ ਨੂੰ ਮੁੜ ਸਹੁਰੇ ਆਉਣ ਜਾਣ ਦੇ ਲਈ ਕੀ ਹੈ ਆਪਣੀ ਘੋੜੀ ਜੋ ਸੌਂਪ ਦਿੱਤੀ ਸੀ। ਪਰੰਤੂ ਕਹਿੰਦੇ ਹੁਣ ਤਾਂ ਪਿੰਡ ਦੇ ਵਿੱਚ ਕੁਝ ਹਵਾ ਹੀ ਉਲਟੀ ਚੱਲ ਪਈ ਸੀ। ਪਰ ਕਹਿੰਦੇ ਹੁਣ ਪਿੰਡ ਦਾ ਜੋ ਵਾਤਾਵਰਨ ਸੀ ਉਹ ਉਸ ਤਰ੍ਹਾਂ ਦਾ ਨਹੀਂ ਰਿਹਾ ਸੀ, ਬਦਲ ਚੁੱਕਾ ਸੀ। ਕਹਿੰਦੇ ਉਸਨੇ ਆਪਣੇ ਛਤਾਏ ਸਾਂਝੇ ਟੱਪ ਹੇਠ ਕਾਂਵਾ ਰੋਲੀ ਪਈ ਰਹਿੰਦੀ। ਉੱਥੇ ਤਾਂ ਕੁਝ ਮੁੰਡੇ ਤਾਸ਼ ਖੇਡਦੇ ਤੇ ਝਗੜਦੇ ਰਹਿੰਦੇ ਸਨ ਜਾਂ ਕੋਈ ਪਾੜਾ ਅਖਬਾਰ ਸੁਣਾਉਂਦਾ ਰਹਿੰਦਾ ਸੀ। ਲੋਕਾਂ ਦਾ ਧਿਆਨ ਅਖਬਾਰ ਦੇ ਵਿੱਚ ਰਹਿੰਦਾ ਹੋਣ ਕਰਕੇ ਕੋਈ ਹੋਰ ਗੱਲ ਨਹੀਂ ਹੋ ਸਕਦੀ। ਆਲਾ ਸਿੰਘ ਨੂੰ ਕਹਿੰਦੇ ਅਖਬਾਰ ਤੋਂ ਇਸ ਲਈ ਚਿੜ ਸੀ ਕਿ ਉਸ ਵਿੱਚ ਲਿਖੀਆਂ ਗੱਲਾਂ ਨੂੰ ਉਹ ਝੂਠ ਆਖਦਾ, ਪਰ ਕਹਿੰਦੇ ਉਸ ਦੀ ਇੱਕ ਗੱਲ ਨੂੰ ਕੋਈ ਵੀ ਨਾ ਸੁਣਦਾ। ਇਸ ਗੱਲ ਨੂੰ ਕੋਈ ਨਾ ਸੁਣਦਾ। ਕਦੇ ਕਦੇ ਤਾਂ ਆਲਾ ਸਿੰਘ ਭਾਈ ਹੋਰਾਂ ਨੂੰ ਟੱਪ ਹੇਠ ਪੰਥ ਪ੍ਰਕਾਸ਼ ਜਾਂ ਰਾਜ ਖਾਲਸਾ ਪੜ੍ਹਨ ਲਈ ਦਿੰਦਾ ਤਾਂ ਸਭ ਪਾਸੇ ਚੁੱਪ ਛਾ ਜਾਂਦੀ। ਕਹਿੰਦੇ ਆਲਾ ਸਿੰਘ ਨੂੰ ਰੋਬ ਪਸਰਿਆ ਲੱਗਦਾ, ਪਰ ਉਸਦਾ ਇਹ ਹਥਿਆਰ ਹੁਣ ਕਦੇ ਕਦੇ ਹੀ ਚੱਲ ਸਕਦਾ ਸੀ, ਰੋਜ਼ ਨਹੀਂ। ਕਹਿੰਦੇ ਕਦੀ ਕਦੀ ਟੱਪ ਹੇਠ ਅਕਾਲੀ, ਕਾਂਗਰਸ ਅਤੇ ਕਮਿਊਨਿਸਟਾਂ ਦੀਆਂ ਰਾਜਨੀਤਿਕ ਬਹਿਸਾਂ ਵੀ ਹੁੰਦੀਆਂ। ਆਲਾ ਸਿੰਘ ਇਹਨਾਂ ਦੇ ਵਿਚਾਰਾਂ ਬਾਰੇ ਥੋੜ੍ਹੀ ਬਹੁਤ ਵਾਕਫੀ ਮਤਲਬ ਜਾਣਕਾਰੀ ਰੱਖਦਾ ਸੀ। ਕਹਿੰਦੇ ਆਲਾ ਸਿੰਘ ਨੂੰ ਖੱਤਰੀਆਂ, ਕੰਮੀਆਂ ਅਤੇ ਜੱਟਾਂ ਨੂੰ ਆਪਸ ਦੇ ਵਿੱਚ ਬਰਾਬਰ ਬਹਿਸ ਕਰਨਾ, ਇੱਕ ਦੂਜੇ ਦੇ ਵਿੱਚ ਬਰਾਬਰ ਬੈਠ ਕੇ ਗੱਲਾਂ ਕਰਨਾ ਚੰਗਾ ਨਹੀਂ ਸੀ ਲੱਗਦਾ। ਕਹਿਣ ਦਾ ਮਤਲਬ ਇੱਕ ਜੋ ਅਸੂਲ ਸੀ ਉਹ ਕੰਮੀਆਂ ਨੂੰ ਆਪਣੇ ਬਰਾਬਰ ਬੈਠਣਾ ਚੰਗਾ ਨਹੀਂ ਸੀ ਮਤਲਬ ਸਮਝਦਾ। ਕਹਿੰਦੇ ਜਦੋਂ ਪਿੰਡ ਵਿੱਚ ਜਲਸੇ ਕਰਦੇ ਕਮਿਊਨਿਸਟ ਡਿਪਟੀ ਕਮਿਸ਼ਨਰ, ਪੁਲਿਸ ਕਪਤਾਨ ਦੇ ਥਾਣੇਦਾਰਾਂ ਤੋਂ ਲਿਹਾਜ਼ ਵੀ ਨਾ ਕਰਦੇ ਤਾਂ ਆਲਾ ਸਿੰਘ ਨੂੰ ਇਹ ਨਿਰਾਦਰ ਭਰੀਆਂ ਗੱਲਾਂ ਚੰਗੀਆਂ ਨਾ ਲੱਗਦੀਆਂ, ਕਿਉਂਕਿ ਉਸਨੇ ਉਹ ਵੀ ਵੇਲੇ ਦੇਖੇ ਸਨ ਜਦੋਂ ਕਿਸੇ ਨੰਬਰਦਾਰ ਜਾਂ ਜੈਲਦਾਰ ਦੇ ਵਿਰੁੱਧ ਗੱਲ ਕਹਿਣੀ ਵੀ ਜੁਰਮ ਹੁੰਦੀ ਸੀ। ਪਰ ਉਹ ਇਹ ਵੀ ਅਨੁਭਵ ਕਰਦਾ ਸੀ ਕਿ ਹੁਣ ਉਹ ਮੂਹਰਲੀ ਕਤਾਰ ਦੇ ਲੋਕਾਂ ਦੇ ਵਿੱਚ ਨਹੀਂ ਖਲੋਤਾ। ਕਈ ਫੌਜੀ ਮੁੰਡੇ ਦੁਨੀਆ ਗਾ ਕੇ ਆਏ ਤੇ ਉਹ ਆਲਾ ਸਿੰਘ ਨੂੰ ਕਿੱਡਾ ਕੁ ਵੱਡਾ ਬੰਦਾ ਸਮਝ ਸਕਦੇ ਸਨ। ਇੱਕ ਕਵੀ ਦਾ ਵੱਡੇ ਲੋਕਾਂ ਦੇ ਨਾਲ ਮੇਲ ਮਿਲਾਪ ਸੀ। ਉਸਨੂੰ ਦੂਰ ਦੂਰ ਦੇ ਜਲਸਿਆਂ ਤੋਂ ਸੱਦੇ ਆਉਂਦੇ ਤਾਂ ਉਸ ਦੀਆਂ ਗੱਲਾਂ ਸੁਣ ਕੇ ਵੀ ਆਲਾ ਸਿੰਘ ਲੜਖੜਾ ਜਾਂਦਾ। ਤਾਂ ਇਸ ਤਰ੍ਹਾਂ ਕਹਿੰਦੇ ਆਲਾ ਸਿੰਘ ਦੇ ਪਿੰਡ ਦੇ ਵਿੱਚ ਸਭ ਤੋਂ ਉੱਚੀ ਥਾਂ ਤੋਂ ਬਿਨਾਂ ਹੁਣ ਹੋਰ ਕੋਈ ਥਾਂ ਨਹੀਂ ਸੀ ਵੇਖੀ। ਇਸ ਤੋਂ ਬਿਨਾਂ ਉਹ ਹੁਣ ਹੋਰ ਕੋਈ ਨਵੀਂ ਥਾਂ ਕਬੂਲਣ ਲਈ ਤਿਆਰ ਵੀ ਨਹੀਂ ਸੀ ਤੇ ਉਹ ਟੱਪ ਹੇਠ ਬੈਠ ਕੇ ਕਈ ਪ੍ਰਕਾਰ ਦੀਆਂ ਪੁਰਾਣੀਆਂ ਗੱਲਾਂ ਤੇ ਪਿੰਡ ਦੇ ਮੁੰਡਿਆਂ ਦੇ ਦਾਦੇ ਪੜਦਾਦਿਆਂ ਦੀਆਂ ਘੋਲਾਂ ਤੇ ਦੌੜਾਂ ਦੀਆਂ ਗੱਲਾਂ ਸੁਣ ਕੇ ਲੋਕਾਂ ਦਾ ਧਿਆਨ ਖਿੱਚਣ ਦਾ ਯਤਨ ਕਰਦਾ ਸੀ, ਪਰ ਅੰਤ ਇਹ ਵੀ ਮੁੱਕ ਜਾਂਦੀਆਂ। ਫਿਰ ਥੋੜ੍ਹੀ ਦੇਰ ਆਰਾਮ ਰਹਿੰਦਾ ਤੇ ਫਿਰ ਕਾਂਵਾ ਰੋਲੀ ਦੇ ਵਿੱਚ ਆਲਾ ਸਿੰਘ ਦੀ ਸ਼ਖਸੀਅਤ ਜੋ ਹੈ ਗਵਾਚ ਜਾਂਦੀ। ਕਹਿੰਦੇ ਇੱਕ ਦਿਨ ਆਲਾ ਸਿੰਘ ਇੱਕ ਵੱਡਾ ਸਾਰਾ ਇਨਾਮੀ ਘੋੜਾ ਮੁੱਲ ਲੈ ਆਇਆ। ਵਿਸਾਖੀ ਦੇ ਮੇਲੇ ਉੱਪਰ ਇਸ ਘੋੜੇ ਨੇ ਚੰਗੇ ਘੋੜੀਆਂ ਨੂੰ ਹਰਾ ਦਿੱਤਾ ਤੇ ਆਲਾ ਸਿੰਘ ਦੀ ਹਵੇਲੀ ਘੋੜਾ ਵੇਖਣ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ ਸੀ। ਕਹਿੰਦੇ ਇੱਕ ਦਿਨ ਇੱਕ ਜੱਟ ਉਸ ਨੂੰ ਆਪਣੀ ਘੋੜੀ ਭਜਾਉਣ ਲਈ ਲਿਆਇਆ। ਉਸਨੇ ਸ਼ਰਤ ਲਾ ਲਈ ਕਿ ਜੋ ਘੋੜੀ ਦੇ ਦੇਣੀ ਹੈ ਜਾਂ ਘੋੜਾ ਲੈ ਲੈਣਾ ਹੈ। ਕਹਿੰਦੇ ਆਲਾ ਸਿੰਘ ਨੇ ਸ਼ਰਤ ਜਿੱਤ ਕੇ ਵੀ ਘੋੜੀ ਨਾ ਲਈ ਤੇ ਉਸਦੀ ਹਰ ਪਾਸਿਓਂ ਵਾਹ ਹੋ ਗਈ। ਅਗਲੇ ਦਿਨ ਡਿਸਟ੍ਰਿਕਟ ਬੋਰਡ ਦੀ ਇੱਕ ਸੀਟ ਲਈ ਮੈਂਬਰ ਖੜਾ ਕਰਨ ਦੀ ਗੱਲ ਚੱਲ ਪਈ।
ਆਲਾ ਸਿੰਘ ਨੇ ਕਿਹਾ ਕਿ ਪਿਛਲੀ ਵਾਰ ਸ਼ੇਰੇ ਦੀ ਬਰਾਦਰੀ ਦਾ ਮੈਂਬਰ ਸੀ, ਐਤਕੀ ਸਾਡੇ ਟਲਕਿਆਂ ਦੀ ਵਾਰੀ ਹੈ। ਆਲਾ ਸਿੰਘ ਦੀ ਗੱਲ ਕਿਸੇ ਨੂੰ ਨਾ ਜਚੀ। ਉਹ ਪਾਰਟੀ ਦੀਆਂ ਟਿਕਟਾਂ, ਪਾਲਿਸੀਆਂ ਤੇ ਪ੍ਰੋਗਰਾਮਾਂ ਦੀਆਂ ਗੱਲਾਂ ਕਰਨ ਲੱਗ ਪਏ। ਸੋ ਆਲਾ ਸਿੰਘ ਨੂੰ ਆਪਣੀ ਕੁੱਲ ਨਾਲੋਂ ਟਿਕਟ ਨੂੰ ਚੰਗਾ ਸਮਝਣ ਵਾਲੇ ਲੋਕ ਚੰਗੇ ਨਾ ਲੱਗੇ। ਕਹਿੰਦੇ ਉਹ ਉੱਠ ਕੇ ਹਵੇਲੀ ਨੂੰ ਚਲਾ ਗਿਆ। ਉੱਥੇ ਉਸਦਾ ਇੱਕ ਲੰਗੋਟਿਆ ਯਾਰ ਮੰਗਲ ਸਿੰਘ ਆਇਆ ਹੋਇਆ ਸੀ। ਕੁਝ ਦੇਰ ਗੱਲਾਂ ਕਰਨ ਤੋਂ ਮਗਰੋਂ ਮੰਗਲ ਸਿੰਘ ਨੇ ਉਸਨੂੰ ਪਿੰਡ ਦੇ ਵਿੱਚ ਟੱਪ ਹੇਠ ਚੱਲਣ ਦੇ ਲਈ ਕਿਹਾ, ਪਰ ਆਲਾ ਸਿੰਘ ਨੇ ਉੱਤਰ ਦਿੱਤਾ ਕਿ ਉਸਨੂੰ ਪਿੰਡ ਅਸਲੋਂ ਉਜਾੜ ਹੀ ਜਾਪਦਾ ਹੈ, ਕਿਉਂਕਿ ਇੱਥੇ ਹੁਣ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ, ਸਗੋਂ ਪੁੱਤਰੀ ਹੋਈ ਮੰਡੀਰ ਆਪਣੀ ਕਾਵਾ ਰੋਲੀ ਕੀ ਹੈ ਪਾਈ ਰੱਖਦੀ ਸੀ। ਸੋ ਉਸਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ। ਉਸਦੀ ਵੀ ਹਾਲਤ ਹੁਣ ਧੋਲੇ ਢੱਗੇ ਵਰਗੀ ਹੈ, ਜਿਸ ਦੇ ਕੰਨ ਉੱਪਰ ਕਾਂ ਚੁੰਝਾਂ ਮਾਰ ਕੇ ਲਹੂ ਕੱਢਦਾ ਰਿਹਾ ਸੀ, ਪਰ ਬੁੱਢਾ ਹੋਇਆ ਢੱਗਾ ਆਪਣੇ ਲੰਮੇ ਸਿੰਗਾਂ ਨੂੰ ਉਸਦੇ ਨਾਲ ਹਟਾਉਂਦਾ ਨਹੀਂ ਸੀ। ਸੋ ਇਸ ਪ੍ਰਕਾਰ ਇਸ ਕਹਾਣੀ ਦਾ ਜੋ ਮੁੱਖ ਪਾਤਰ ਹੈ ਆਲਾ ਸਿੰਘ, ਉਹ ਵੀ ਹੁਣ ਸਮੇਂ ਦੇ ਨਾਲ ਬੁੱਢਾ ਹੋ ਚੁੱਕਿਆ ਸੀ ਤੇ ਸਥਿਤੀਆਂ ਦੇ ਨਾਲ ਜੋ ਲੜਨ ਲਈ ਉਹ ਤਿਆਰ ਨਹੀਂ ਸੀ। ਜੇਕਰ ਆਪਾਂ ਗੱਲ ਕਰੀਏ ਇਸ ਕਹਾਣੀ ਤੋਂ ਸਾਨੂੰ ਇੱਕ ਉਦੇਸ਼ ਇਹ ਵੀ ਮਿਲਦਾ ਹੈ ਕਿ ਜੋ ਵਿਅਕਤੀ ਹੈ ਉਸ ਨੂੰ ਹਮੇਸ਼ਾ ਸਮੇਂ ਦੇ ਨਾਲ ਹੀ ਚੱਲਦੇ ਰਹਿਣਾ ਚਾਹੀਦਾ ਹੈ। ਉਸ ਦਾ ਜੋ ਵਿਵਹਾਰ ਹੈ ਉਹ ਲਚਕੀਲਾ ਹੋਣਾ ਚਾਹੀਦਾ ਹੈ। ਜੇਕਰ ਅਸੀਂ ਸਾਡੇ ਵਿਵਹਾਰ 'ਚ ਲਚਕੀਲਾਪਨ ਨਹੀਂ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਮਾਨਸਿਕ ਸੰਕਟ ਦਾ ਸ਼ਿਕਾਰ ਹੀ ਹੋਣਾ ਪੈਂਦਾ ਹੈ, ਜੋ ਕਿ ਇਸ ਕਹਾਣੀ ਦੇ ਵਿੱਚ ਆਲਾ ਸਿੰਘ ਦਾ ਹੋਇਆ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਊਗੀ। ਬਹੁਤ ਬਹੁਤ ਧੰਨਵਾਦ।